ਕਿ ਜਿਹੜੇ ਮਾਈਕਲ ਕੋਵਰਿਗ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਦੀ ਬੀਵੀ ਨੇ 2 ਦਿਨ ਪਹਿਲਾਂ ਮੀਡੀਆ ਨਾਲ ਗੱਲਬਾਤ ਕੀਤੀ। ਕੁਝ ਜਿਹੜੇ ਖਤ ਮਾਈਕਲ ਕੋਵਰਿਗ ਨੇ ਲਿਖੇ ਨੇ ਚਾਈਨਾ ਤੋਂ, ਉਹਨਾਂ ਦੇ ਵਿੱਚ ਕੀ ਕੁਝ ਉਹਨਾਂ ਨੇ ਲਿਖਿਆ ਉਸ ਗੱਲ ਬਾਰੇ ਜ਼ਿਕਰ ਕੀਤਾ। ਕੱਲ੍ਹ ਮਾਈਕਲ ਕੋਵਰਿਗ ਦੇ ਪਿਤਾ ਨੇ ਵੀ ਕੁਝ ਬਿਆਨ ਦਿੱਤੇ ਨੇ ਅਤੇ ਉਹਨਾਂ ਨੇ ਵੀ ਇੱਕ ਮੀਡੀਆ ਇੰਟਰਵਿਊ ਕੀਤੀ ਆ। ਮਾਈਕਲ ਕੋਵਰਿਗ ਦੇ ਪਿਤਾ ਬੈਨਟ ਕੋਵਰਿਗ ਜਿਹੜੇ ਯੂਨੀਵਰਸਿਟੀ ਆਫ ਟੋਰਾਂਟੋ 'ਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ, ਹੁਣ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ। ਜੇ ਹੁਣ ਅਜਿਹਾ ਨਾ ਕੀਤਾ ਸਰਕਾਰ ਨੇ ਤਾਂ ਇੱਕ ਇਤਿਹਾਸਕ ਵਿਸ਼ਵਾਸਘਾਤ ਹੋਏਗਾ। ਯੂਨੀਵਰਸਿਟੀ ਆਫ ਟੋਰਾਂਟੋ ਦੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਰਿਟਾਇਰਡ ਚੇਅਰਪਰਸਨ ਨੇ। ਸੋ ਪੋਲੀਟੀਕਲ ਸਾਇੰਸ, ਹਾਂ, ਮਤਲਬ ਤੁਸੀਂ ਵੇਖੋ ਕਿ ਉਹਨਾਂ ਦਾ ਹੀ ਬੇਟਾ ਅੱਗੇ ਆਹ ਪੋਲੀਟੀਕਲ ਅੜਫਸ ਦੇ ਵਿੱਚ ਹੀ ਫਸ ਗਿਆ। ਅਤੇ ਉਹਨਾਂ ਦਾ ਇਹ ਮੰਨਣਾ ਹੈ ਬੈਨਟ ਕੋਵਰਿਗ ਦਾ, ਉਹ ਕਹਿੰਦੇ ਆ ਕਿ ਕੈਨੇਡਾ ਦੇ ਕੋਲ ਹੁਣ ਡੀਲ ਕਰਨ ਤੋਂ ਬਿਨਾਂ, ਭਾਵ ਕਿ ਮੰਗ ਵਾਂਜੋ ਨੂੰ ਵਾਪਸ ਕਰਕੇ ਦੋਨੋਂ ਕੈਨੇਡੀਅਨਸ ਨੂੰ, ਦੋਨੋਂ ਮਾਈਕਲ ਕੋਵਰਿਗ ਅਤੇ ਮਾਈਕਲ ਸਪੇਵਰ ਦੋਨਾਂ ਨੂੰ ਵਾਪਸ ਲਿਆਂਦਾ ਜਾਵੇ ਜੀ। ਅਤੇ ਕਹਿੰਦੇ ਹੋਰ ਕੈਨੇਡਾ ਦੇ ਕੋਲ ਕੋਈ ਰਾਹ ਹੀ ਨਹੀਂ ਹੈਗਾ। ਸੋ ਹੁਣ ਦੇਖੋ ਤੁਸੀਂ, ਜਿਹੜਾ ਇੱਕ ਗੱਲ ਤਾਂ ਪੱਕੀ ਹੈ, ਇਹ ਗੱਲ ਹੁਣ ਸਾਫ਼ ਹੋ ਗਈ ਹੈ ਕਿ ਜਿਹੜੇ ਜਸਟਿਸ ਮਿਨਿਸਟਰ ਨੇ, ਮਿਨਿਸਟਰ ਆਫ ਜਸਟਿਸ, ਜਿਹੜੇ ਕਿ ਅਟਾਰਨੀ ਜਨਰਲ ਵੀ ਨੇ ਕੈਨੇਡਾ, ਡੇਵਿਡ ਲੈਮੈਟੀ, ਉਹਨਾਂ ਦੇ ਕੋਲ ਇਹ ਪਾਵਰ ਹੈਗੀ ਹੈ ਕਿ ਉਹ ਇਹਦੇ ਵਿੱਚ ਇੰਟਰਵੀਨ ਕਰਕੇ ਜਿਹੜੀ ਐਕਸਟ੍ਰਾਡੀਸ਼ਨ ਜਿਹੜੀ ਪ੍ਰੋਸੀਡਿੰਗ ਚੱਲ ਰਹੀ ਹੈ ਉਹਨੂੰ ਰਫਾ ਦਫਾ ਕਰ ਸਕਦੇ ਨੇ ਜੀ। ਸੋ ਐਕਸਟ੍ਰਾਡੀਸ਼ਨ ਟ੍ਰੀਟੀ ਚੱਲ ਕੀ ਰਹੀ ਹੈ ਕਿ ਮੰਗ ਵਾਂਜੋ ਨੂੰ US ਐਕਸਟ੍ਰਾਡਾਈਟ ਕੀਤਾ ਜਾਵੇ, US ਦੇ ਹਵਾਲੇ ਕੀਤਾ ਜਾਵੇ ਜੀ, ਕਿਉਂਕਿ US ਦੇ ਮੁਤਾਬਕ ਉਹਨਾਂ ਨੇ ਬੈਂਕ ਫਰਾਡ ਕੀਤਾ। ਹੁਣ ਉਹ ਚਾਰਜਿਸ ਤੇ ਡਬਲ ਕ੍ਰਿਮੀਨੈਲਿਟੀ ਆਪਾਂ ਡੀਟੇਲ 'ਚ ਗੱਲ ਕਰ ਚੁੱਕੇ ਹਾਂ। ਹੁਣ ਕਹਿੰਦੇ ਵੀ ਜਿਹੜੇ ਜਸਟਿਸ ਮਿਨਿਸਟਰ ਡੇਵਿਡ ਲੈਮੈਟੀ ਨੇ, ਜਦੋਂ ਸਪੈਸ਼ਲੀ ਕੋਈ ਵੀ ਐਕਸਟ੍ਰਾਡੀਸ਼ਨ ਜਿਹੜੀ ਪ੍ਰੋਸੀਡਿੰਗ ਹੁੰਦੀ ਆ, ਜੇ ਉਹ ਨੈਸ਼ਨਲ ਇੰਟਰਸਟ ਦੇ ਵਿਰੁੱਧ ਜਾਂਦੀ ਹੋਵੇ ਤਾਂ ਫਿਰ ਉਸ ਦਾ ਸਹਾਰਾ ਲੈ ਕੇ ਉਹ ਦਖਲ ਅੰਦਾਜ਼ੀ ਕਰਕੇ ਐਕਸਟ੍ਰਾਡੀਸ਼ਨ ਪ੍ਰੋਸੈਸ ਨੂੰ ਰੋਕ ਸਕਦੇ ਨੇ। ਹੁਣ ਜੇ ਦੇਖੋ ਕੈਨੇਡਾ ਦੇ ਵਿੱਚ ਮੰਗ ਵਾਂਗਜ਼ੋ ਨੂੰ ਕਿਉਂ ਰੋਕਿਆ ਹੋਇਆ, ਕਿਉਂਕਿ ਐਕਸਟ੍ਰਾਡੀਸ਼ਨ ਦਾ ਮੁਕੱਦਮਾ ਚੱਲ ਰਿਹਾ। ਜੇ ਕੈਨੇਡਾ ਕਹਿ ਦੇਵੇ ਜੇ ਅਸੀਂ ਇਹ ਮੁਕੱਦਮਾ ਚਲਾਉਣਾ ਹੀ ਨਹੀਂ, ਦੈਨ ਸ਼ੀ ਇਜ਼ ਬੇਸਿਕਲੀ ਫਰੀ ਟੂ ਗੋ। ਅਤੇ ਹੁਣ ਕਹਿੰਦੇ ਵੀ ਸਰਕਾਰ ਵਾਸਤੇ ਜੇ ਨੈਸ਼ਨਲ ਇੰਟਰਸਟ ਵਾਲੀ ਗੱਲ ਵੀ ਦੇਖਣੀ ਹੋਵੇ, ਸਭ ਤੋਂ ਉੱਪਰ ਗੱਲ ਤਾਂ ਇਹ ਹੈ ਕਿ ਉਹ 2 ਕੈਨੇਡੀਅਨ ਨਾਗਰਿਕ ਨੇ ਜਿਹੜੇ ਉੱਥੇ ਜੇਲ੍ਹ 'ਚ ਫਸੇ ਨੇ, 1.5 ਸਾਲ ਤੋਂ ਉੱਪਰ ਹੋ ਗਿਆ। ਕਹਿੰਦੇ ਜੇ ਨੈਸ਼ਨਲ ਇੰਟਰਸਟ ਦੀ ਸਪੈਸੀਫਿਕਲੀ ਗੱਲ ਕਰਨੀ ਹੋਵੇ ਤਾਂ ਚਾਈਨਾ ਨੇ ਕੈਨੇਡਾ ਦੇ ਕਨੋਲਾ ਐਕਸਪੋਰਟਸ ਦੇ ਉੱਪਰ ਰੋਕ ਲਗਾਈ ਸੀ, ਪੋਰਕ ਐਕਸਪੋਰਟਸ 'ਤੇ ਰੋਕ ਲਗਾਈ ਸੀ, ਲੌਬਸਟਰ ਦੇ ਉੱਪਰ ਰੋਕ ਲਗਾਈ ਸੀ। ਹੁਣ ਉਹ ਟਾਰਗੇਟ ਕਰ ਰਹੇ ਨੇ ਕੈਨੇਡੀਅਨ ਲੰਬਰ ਨੂੰ ਵੀ, ਉਹਨਾਂ ਨੇ ਸੰਕੇਤ ਦਿੱਤੇ ਨੇ। ਸੋ ਕਹਿੰਦੇ ਵੀ ਇਸ ਹਿਸਾਬ ਦੇ ਨਾਲ ਇਹ ਗੱਲ ਸਿੱਧੀ ਪ੍ਰੂਵ ਹੁੰਦੀ ਹੈ ਕਿ ਜਿਹੜੇ ਕੈਨੇਡਾ ਦੇ ਨੈਸ਼ਨਲ ਇੰਟਰਸਟਸ ਨੇ ਇਸ ਕੇਸ ਦੇ ਕਾਰਨ ਪ੍ਰਭਾਵਿਤ ਹੁੰਦੇ ਪਏ ਨੇ। ਬਿਲਕੁਲ। ਐਕਸਟ੍ਰਾਡੀਸ਼ਨ ਐਕਟ ਜਿਹੜਾ ਉਹਦੇ ਵਿੱਚ 1999 ਦੇ ਵਿੱਚ ਤਰਮੀਮ ਕੀਤੀ ਗਈ ਸੀ, ਉਹਦੇ ਵਿੱਚ ਜਸਟਿਸ ਮਿਨਿਸਟਰ ਨੂੰ ਇਹ ਪਾਵਰ ਦਿੱਤੀ ਗਈ ਸੀ ਕਿ ਜਿਵੇਂ ਤੁਸੀਂ ਦੱਸਿਆ ਕਿ ਨੈਸ਼ਨਲ ਇੰਟਰਸਟ ਜੇ ਹੋਵੇ ਤੁਸੀਂ ਇੰਟਰਵੀਨ ਕਰ ਸਕਦੇ ਹੋ। ਹੁਣ ਜਿਹੜਾ ਤੁਸੀਂ ਵਿੱਚ ਸਾਰਾ ਦੱਸਿਆ ਕਿ ਜੇ ਆਪਾਂ ਚਾਈਨਾ ਨੂੰ ਵਾਪਸ ਕਰ ਦਿੰਦੇ ਹਾਂ ਮੰਗ ਵਾਂਜੋ, ਅਤੇ ਉਹਦਾ ਨੁਕਸਾਨ ਕੀ ਹੈ? ਫਾਇਦੇ ਤਾਂ ਤੁਸੀਂ ਦੱਸੇ ਕਿ ਜੋ ਚਾਈਨਾ ਦੇ ਵੱਲੋਂ ਸਾਡੀ ਖਰਾਬੀ ਕੀਤੀ ਜਾ ਰਹੀ ਹੈ ਉਹ ਨਹੀਂ ਹੋਏਗੀ, ਪਰ ਦੂਜੇ ਪਾਸੇ ਨੁਕਸਾਨ ਕੀ ਹੋਏਗਾ ਕਿ ਅਮਰੀਕਾ ਨਾਰਾਜ਼ ਹੋ ਜਾਏਗਾ। ਅਮਰੀਕਾ ਨਾਰਾਜ਼ ਹੋਣਾ, ਪਰ ਕੀ ਕਰ ਲੇਗਾ ਅਮਰੀਕਾ ਜੇ ਅਸੀਂ ਵਾਪਸ ਕਰ ਵੀ ਦਿੰਦੇ ਹਾਂ? ਕਿ ਐਕਚੁਅਲ ਦੇ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਰਿਲੇਸ਼ਨਸ ਇੰਨੇ ਖਰਾਬ ਹੋ ਜਾਣਗੇ ਜਿੰਨੇ ਸੁਝਾਏ ਜਾ ਰਹੇ ਨੇ? ਬਸ ਉਹ ਜੇ ਉੱਥੇ ਡੋਨਲਡ ਟਰੰਪ ਦੇਖੋ ਹੁਣ ਪ੍ਰੈਜ਼ੀਡੈਂਟ ਨੇ, ਸੋ ਹੋ ਵੀ ਸਕਦੇ ਨੇ। ਨਵੰਬਰ ਦੇ ਵਿੱਚ ਇਲੈਕਸ਼ਨ ਆ, ਸੋ ਇਹ ਸਾਰੀ ਗੱਲ ਨੂੰ ਟਰੰਪ ਨੇ ਆਪਣੇ ਫੇਵਰ ਦੇ ਵਿੱਚ ਕਿਵੇਂ ਪਲੇ ਕਰਨਾ ਜਾਂ ਕਿਵੇਂ ਉਹ ਕਰ ਸਕਦੇ ਨੇ, ਆਈ ਥਿੰਕ ਉਹਦੇ ਬਾਰੇ ਕੋਈ ਬਹੁਤੇ ਦੱਸਣ ਦੀ ਜ਼ਰੂਰਤ ਨਹੀਂ। ਪਰ ਆਈ ਥਿੰਕ ਇੱਕ ਇਸ਼ੂ ਹੋਰ ਆ, ਇਟਸ ਨਾਟ ਜਸਟ ਅਬਾਊਟ ਕਿ ਅਮਰੀਕਾ ਨਾਰਾਜ਼ ਹੁੰਦਾ ਕਿ ਨਹੀਂ। ਹੁਣ ਕਈ ਦੇਖੋ ਵੈਸਟਰਨ ਡੈਮੋਕਰੇਸੀਜ਼ ਨੂੰ ਇਸ ਵੇਲੇ ਇਹ ਚੈਲੰਜ ਬਣਿਆ ਹੋਇਆ ਵੀ ਚਾਈਨਾ ਨਾਲ ਡੀਲ ਕਿਵੇਂ ਕਰੀਏ। ਚਾਈਨਾ ਕਿਉਂਕਿ ਹੁਣ ਪਿਛਲੇ ਮਹੀਨਿਆਂ ਦੇ ਵਿੱਚ ਅਗਰੈਸਿਵ ਅਤੇ ਅਸਰਟਿਵ ਜ਼ਿਆਦਾ ਹੋ ਗਿਆ। ਉਹਨਾਂ ਨੂੰ ਆਪਣੀ ਇਕਨੋਮਿਕ ਪਾਵਰ ਦਾ ਅੰਦਾਜ਼ਾ ਹੀ ਨਹੀਂ, ਭਲੀ ਭਾਂਤ ਪਤਾ ਉਹਦੇ ਬੂਤੇ 'ਤੇ ਉਹਨਾਂ ਨੂੰ ਪੂਰਾ ਕੌਨਫੀਡੈਂਸ ਆ ਵੀ ਕਰ ਲਓ ਸਾਡਾ ਕੀ ਕਰਦੇ ਹੋ। ਕਹਿੰਦੇ ਜੇ ਹੁਣ ਕੈਨੇਡਾ ਵੱਲੋਂ ਇਹ ਜਿਹੜੀ ਐਕਸਟ੍ਰਾਡੀਸ਼ਨ ਦਾ ਪ੍ਰੋਸੈਸ ਹੈ ਇਹ ਜਸਟਿਸ ਮਿਨਿਸਟਰ ਦੀ ਦਖਲ ਅੰਦਾਜ਼ੀ ਨਾਲ ਬੰਦ ਕਰ ਦਿੱਤਾ ਜਾਂਦਾ, ਜੇ ਉਹ ਇਹਨੂੰ ਰੋਕ ਦਿੰਦੇ ਨੇ, ਅਦਾਲਤ ਨੂੰ ਮੰਗ ਵਾਂਗਜ਼ੋ ਨੂੰ ਬਰੀ ਕਰਨਾ ਪੈਣਾ। ਕਹਿੰਦੇ ਇਹਦੇ ਨਾਲ ਫਿਰ ਗੱਲ ਇਹੀ ਆ ਵੀ ਸ਼ੇਰ ਦੇ ਮੂੰਹ, ਇਨ ਦਿਸ ਕੇਸ ਡਰੈਗਨ ਦੇ ਮੂੰਹ ਨੂੰ ਖੂਨ ਲੱਗ ਜਾਣਾ। ਅਤੇ ਉਹਨਾਂ ਨੇ ਇਹ ਕਹਿਣਾ ਕਿ ਵੀ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਉਹ ਹੋਰ ਜ਼ਿਆਦਾ ਆਪਣੀਆਂ ਮਨਿਆਈਆਂ ਮੁਲਕਾਂ ਤੋਂ ਮਨਵਾਉਣ ਦੇ ਵਿੱਚ ਬਾਜ਼ਿਦ ਹੋ ਜਾਣ। ਬਿਲਕੁਲ। ਚਾਈਨਾ ਦਾ ਜੋ ਸ਼ੁਰੂ ਤੋਂ ਦਾਅਵਾ ਰਿਹਾ ਕਿ ਇਹ ਜਿਹੜੀ ਅਰੈਸਟ ਹੋਈ ਹੈ ਇਹ ਜੁਡੀਸ਼ੀਅਲ ਨਹੀਂ ਹੈ, ਇਹ ਪੋਲੀਟੀਕਲ ਹੈ, ਉਹ ਫਿਰ ਸੱਚ ਹੋ ਜਾਣੀ ਹੈ ਜੀ। ਅਤੇ ਉਹਦੇ ਨਾਲ ਜੋ ਜਸਟਿਨ ਟਰੂਡੋ ਕਹਿੰਦੇ ਰਹੇ ਨੇ ਕਿ ਕੈਨੇਡਾ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਬਿਲਕੁਲ ਇੰਡੀਪੈਂਡੈਂਟ ਹੈ, ਉਹਦੇ ਵਿੱਚ ਪੋਲੀਟਿਕਸ ਦਾ ਕੋਈ ਵੀ ਇੰਟਰਫੇਰੈਂਸ ਨਹੀਂ ਹੈਗੀ, ਉਹ ਫਿਰ ਪ੍ਰਾਈਮ ਮਿਨਿਸਟਰ ਵੀ ਝੂਠੇ ਪੈਂਦੇ ਨੇ ਜੀ। ਅਤੇ ਐਂਡ ਦੈਟ ਆਫਟਰ ਹੀ ਹੈਜ਼ ਸੋ ਲਾਈਕ ਟੋਟਲੀ ਕੈਟੇਗੋਰਿਕਲੀ ਸੈਡ ਕਿ ਡੀਲ ਨਹੀਂ ਹੋਣੀ। ਅਤੇ ਜਿਹੜੀ ਸਾਡੀ ਜੁਡੀਸ਼ਰੀ ਹੈ ਉਹ ਇੰਡੀਪੈਂਡੈਂਟ ਹੈ ਅਤੇ ਵਾਸੂ ਜਿਹੜੇ ਇਹਦੇ ਵਿੱਚ ਦਖਲ ਅੰਦਾਜ਼ੀ ਦੇਣ ਤੋਂ ਸਰਕਾਰ ਨੇ ਇਸ ਕਰਕੇ ਵੀ ਗੁਰੇਜ਼ ਕਰਨਾ ਕਿ ਜਿਹੜਾ ਪਹਿਲਾਂ ਇੱਕ ਕੋਈ ਹਾਈ ਪ੍ਰੋਫਾਈਲ ਕੇਸ ਜਿਹਦੇ ਵਿੱਚ ਸਰਕਾਰ ਨੇ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਸੀ SNC ਲੈਵਲ ਅਤੇ ਉਹਦੇ ਬਾਅਦ ਕੀ ਕੁਝ ਹੋਇਆ ਸੀ ਉਹ ਵੀ ਸਾਨੂੰ ਪਤਾ ਹੀ ਹੈ ਵੀ ਕਿੰਨੀ ਵੱਡੀ ਕੰਟਰੋਵਰਸੀ ਬਣ ਗਈ ਸੀ। ਸੋ ਇਸ ਕਰਕੇ ਵੀ ਉਹ ਸਰਕਾਰ ਹੁਣ ਬਹੁਤ ਫੂਕ ਕੇ
ਇਹ 'ਚ ਕਦਮ ਰੱਖਣਾ ਚਾਹੁੰਦੀ ਆ। ਪਰ ਤੁਸੀਂ ਵਿਜੇ ਹੁਣ ਇਹ ਦੇਖੋ ਕਿ ਜਸਟਿਨ ਟਰੂਡੋ ਨੇ ਹਾਲ ਵਿੱਚ ਹੀ ਕਿਹਾ ਕਿ ਡੀਲ ਨਹੀਂ ਕਰਨੀ। ਜੇ ਉਹ ਥੋੜ੍ਹਾ ਜਿਹਾ ਵੇਟ ਕਰਦੇ ਨੇ ਕਿ ਜਦੋਂ ਤੱਕ ਪੂਰਾ ਟਰਾਇਲ ਚੱਲ ਹਟਦਾ ਅਤੇ ਉਸ ਤੋਂ ਬਾਅਦ ਜੇ ਜਸਟਿਸ ਮਿਨਿਸਟਰ ਆ ਕੇ ਵਿੱਚ ਇੰਟਰਫੇਅਰ ਕਰਦੇ ਨੇ ਅਤੇ ਫਿਰ ਜਸਟਿਸ ਮਿਨਿਸਟਰ ਦੀ ਆਪਣੀ ਵੀ ਉਹਦੇ ਵਿੱਚ ਜਿਹੜੀ ਹੈਗੀ ਹੈ ਸਾਖ ਦਾ 'ਤੇ ਲੱਗਦੀ ਹੈ, ਅਤੇ ਦੂਸਰਾ ਜੁਡੀਸ਼ੀਅਲ ਸਿਸਟਮ ਦੀ ਵੀ ਪੂਰੀ ਲੱਗਦੀ ਹੈ ਕਿ ਇੱਕ ਕੋਰਟ ਵੱਲੋਂ, ਸੁਪਰੀਮ ਕੋਰਟ ਆਫ BC ਵੱਲੋਂ ਪੂਰੇ ਦੀ ਪੂਰਾ ਟਰਾਇਲ ਕੀਤਾ ਗਿਆ ਪੂਰੇ ਅਕੋਰਡਿੰਗ ਟੂ ਲਾਅ, ਅਤੇ ਉਸ ਨੂੰ ਫਿਰ ਆ ਕੇ ਜਸਟਿਸ ਮਿਨਿਸਟਰ ਜੇ ਉਹਨੂੰ ਓਵਰਟਰਨ ਕਰ ਰਹੇ ਨੇ ਉਹਦੇ ਫੈਸਲੇ ਨੂੰ, ਅਤੇ ਉਹਨਾਂ ਦੀ ਆਰਗੂਮੈਂਟ ਬਹੁਤ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਹੈ। ਅਤੇ ਜੇ ਗੱਲ ਆਉਂਦੀ ਹੈ ਕਿ ਜੇ ਹੁਣੇ ਕਰ ਦਿਓ ਫਿਰ ਇੰਟਰਫੇਅਰ, ਉਹ ਫਿਰ ਪੋਲੀਟੀਕਲੀ ਇੱਕ ਸੈਲਫ ਗੋਲ ਹੋ ਜਾਣਾ ਕਿ ਪ੍ਰਾਈਮ ਮਿਨਿਸਟਰ ਨੇ ਹਾਲ ਵਿੱਚ ਹੀ ਕਿਹਾ ਕਿ ਅਸੀਂ ਨਹੀਂ ਕਰਾਂਗੇ, ਅਤੇ ਬਾਅਦ ਵਿੱਚ ਲਾਈਕ ਵਿਦਿਨ ਅ ਮੈਟਰ ਆਫ ਵੀਕਸ ਤੁਸੀਂ ਆਪਣੇ ਜਿਹੜੇ ਸਟੈਂਸ ਤੋਂ ਪਲਟ ਗਏ। ਜਾਂ ਦੂਜਾ ਪਾਸਾ ਇਹ ਹੈ ਵੀ ਕੀ ਕੈਨੇਡਾ ਹੁਣ ਇਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਵੀ ਨਵੰਬਰ ਤੱਕ ਤਾਂ ਸਮਾਂ ਟਪਾਓ, ਹੋ ਸਕਦਾ ਜੋ ਬਾਈਡਨ ਹੀ ਜਿੱਤ ਜਾਣ। ਅਤੇ ਵਿਜੇ ਇੱਕ ਗੱਲ ਇਹਦੇ 'ਚ ਹੋਰ ਵੀ ਹੈ, ਹੁਣ ਕੈਨੇਡਾ ਦੇ ਕੋਲ ਆਪਸ਼ਨਸ ਕੀ ਨੇ, ਅਤੇ ਇੱਕ ਤਾਂ ਹੈਗਾ ਕਿ ਵੇਟ ਕਰ ਲਓ ਜੋ ਬਾਈਡਨ ਜਿੱਤ ਜਾਣ, ਦੂਸਰਾ ਹੈਗਾ ਕਿ US ਨੂੰ ਬੇਨਤੀ ਕਰੋ ਕਿ ਚਾਈਨਾ ਨੂੰ ਪ੍ਰੈਸ਼ਰਾਈਜ਼ ਕਰੇ, ਕਿਉਂਕਿ ਦੇਖੋ ਕੈਨੇਡਾ ਦੀ ਤਾਂ ਸੁਣਨੀ ਨਹੀਂ ਚਾਈਨਾ ਨੇ, ਉਹ ਕਲੀਅਰ ਹੋ ਗਿਆ। US ਦੀ ਮੇ ਵੀ ਸੁਣ ਲਵੇ। ਆਫਟਰ ਆਲ US ਇਸ ਵੇਲੇ ਨੰਬਰ 1 ਸੁਪਰ ਪਾਵਰ US ਹੀ ਹੈ, ਭੁੱਲਣਾ ਨਹੀਂ ਚਾਹੀਦਾ। ਚਾਈਨਾ ਮੇ ਬੀ ਨੰਬਰ 2 ਇਜ਼ ਅ ਰਾਈਜ਼ਿੰਗ ਸੁਪਰ, ਮੇ ਬੀ ਦ ਨੈਕਸਟ ਸੁਪਰ ਪਾਵਰ, ਬਟ ਇਸ ਵੇਲੇ ਤਾਂ US ਹੀ ਹੈ ਨਾ ਹਾਲ ਦੀ ਘੜੀ, ਅਤੇ US ਦੇ ਕੋਲ ਉਹ ਇਕਨੋਮਿਕ ਅਤੇ ਪੋਲੀਟੀਕਲ ਪਾਵਰ ਹੈਗੀ ਹੈ ਕਿ ਉਹ ਚਾਈਨਾ ਨੂੰ ਫੋਰਸ ਕਰ ਸਕੇ। ਕਿਉਂਕਿ ਮੈਂਗਵਾਂਗ ਜ਼ੋ ਨੂੰ ਵੀ ਅਰੈਸਟ ਕਰਨ ਵਾਲਾ ਜਿਹੜਾ ਪੋਲੀਟੀਕਲ ਪਾਵਰ, ਇਕਨੋਮਿਕ ਪਾਵਰ USA ਨੇ ਬਾਂਹ ਮਰੋੜੀ, ਤਾਂ ਹੀ ਉਹ ਕੈਨੇਡਾ ਨੂੰ ਫੜਨਾ ਪਿਆ। ਪਰ ਗੱਲ ਕੀ ਹੈ ਕਿ US ਦੇ ਵਿੱਚ ਚੱਲ ਰਿਹਾ ਇਲੈਕਸ਼ਨ, ਅਤੇ US ਨਹੀਂ ਪਰਵਾਹ ਕਰਦਾ ਕੈਨੇਡਾ ਦੀ।